ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਸਾਹਿਬ ਦੀ ਕਿਰਪਾ ਸਦਕਾ ਇਸ ਲੜੀ ਨੂੰ ਅੱਗੇ ਤੋੜਦੇ ਹੋਏ ਜਪਜੀ ਸਾਹਿਬ ਦੀ 12ਵੀਂ ਪੌੜੀ ਦੀ ਵਿਚਾਰ ਕਰਨੀ ਹੈ ਜੀ। ਗੁਰੂ ਸਾਹਿਬ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲੈਣ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਗੁਰੂ ਸਾਹਿਬ ਦੀ ਕਿਰਪਾ ਸਦਕਾ ਸੋਹਣਿਆਂ ਦੀ ਪੌੜੀਆਂ ਤੋਂ ਬਾਅਦ ਮੰਨੇ ਦੀ ਪੌੜੀ ਦੀ ਵਿਚਾਰ ਸ਼ੁਰੂ ਹੋਈ ਹੈ ਜੀ। ਜਿਵੇਂ ਕਿ ਵਿਚਾਰ ਕੀਤੀ ਗਈ ਸੀ ਸੋਹਣਿਆਂ ਤੇ ਨਹੀਂ ਪਰ ਮੰਨੇ ਤੇ ਆ ਗਏ। ਪਰ ਇਹ ਪੌੜੀਆਂ ਨੇ, ਰੋਜ਼ ਹੀ ਚੜ੍ਹਦੇ ਆ, ਰੋਜ਼ ਹੀ ਉਤਰਦੇ ਆ। ਕੋਈ ਇੱਕ ਦਿਨ ਆਏਗਾ ਕਿ ਚੜਾਂਗੇ ਗੁਰੂ ਸਾਹਿਬ ਦੀ ਕਿਰਪਾ ਸਦਕਾ। ਹੋ ਸਕਦਾ ਹੈ ਉਸ ਦਿਨ ਉਤਰਨ ਦੀ ਲੋੜ ਨਾ ਪਵੇ। ਕਹਿਣ ਤੋਂ ਭਾਵ ਗੁਰੂ ਸਾਹਿਬ ਸਾਨੂੰ ਵੀ ਸਚਿਆਰਾ ਬਣਾ ਦੇਣ, ਜਿਸ ਕਾਰਨ ਤੋਂ ਅਸੀਂ ਰੋਜ਼ ਇਸ ਪੌੜੀਆਂ ਤੇ ਚੜ੍ਹ ਰਹੇ ਹਾਂ। ਸ਼ਾਇਦ ਉਹ ਕਾਰਨ ਸਫਲਾ ਹੋ ਜਾਏ। ਉਹ ਤਾਂ ਹੀ ਹੋ ਸਕਦਾ ਹੈ ਜੇ ਕੋਈ ਮੰਨ ਲਵੇ। ਪਰ ਇੱਥੇ ਜੋ ਗੱਲ ਕੀਤੀ ਜਾ ਰਹੀ ਹੈ ਉਹ ਉਹਦੀ ਕੀਤੀ ਜਾ ਰਹੀ ਹੈ ਜਿਨਨੇ ਇਸ ਨੂੰ ਮੰਨ ਲਿਆ। ਜਿਨਨੇ ਮੰਨ ਲਿਆ, ਜਿਸ ਵੀ ਜੀਵ ਨੇ ਸੁਣ ਕੇ ਮੰਨ ਲਿਆ, ਤੇ ਗੁਰੂ ਸਾਹਿਬ ਕਹਿੰਦੇ ਆ ਉਹਦੀ ਜਿਹੜੀ ਗਤ ਹੈ, ਉਹਦੀ ਜਿਹੜੀ ਅਵਸਥਾ ਹੈ, ਉਹ ਦੱਸੀ ਨਹੀਂ ਜਾ ਸਕਦੀ। ਕਾਰਨ ਕੀ ਹੈ? ਕਾਰਨ ਇਹੀ ਹੈ ਕਿ ਅਸੀਂ ਦੱਸਣ ਜੋਗੇ ਹੀ ਨਹੀਂ। ਮੰਨ ਲਵੋ ਕੋਈ ਦੂਜੀ ਪੌੜੀ ਤੇ ਖੜਾ ਹੈ ਤੇ ਅੱਜ ਤੱਕ ਉਹਨੇ ਕਦੀ 10ਵੀਂ ਪੌੜੀ ਤੇ ਚੜ੍ਹ ਕੇ ਦੇਖਿਆ ਹੀ ਨਹੀਂ ਕਿ 10ਵੀਂ ਪੌੜੀ ਤੇ ਹੈ ਕੀ। ਤੇ ਉਹ 10ਵੀਂ ਪੌੜੀ ਦੇ ਬਾਰੇ ਅੰਦਾਜ਼ਾ ਜ਼ਰੂਰ ਲਗਾ ਪਾਏਗਾ, ਪਰ ਉਹ ਦਾਅਵਾ ਨਹੀਂ ਕਰ ਪਾਏਗਾ, ਦੱਸ ਨਹੀਂ ਪਾਏਗਾ। ਕਹਿਣ ਤੋਂ ਭਾਵੇਂ ਅੰਦਾਜ਼ੇ ਦੀ ਗੱਲ ਹੋਰ ਹੁੰਦੀ ਹੈ, ਪਰ ਯਕੀਨੀ ਤੌਰ ਤੇ ਨਹੀਂ ਦੱਸ ਪਾਏਗਾ ਕਿ ਉਸ 10ਵੀਂ ਪੌੜੀ ਤੇ ਕੀ ਹੈ, ਉਹ ਅਵਸਥਾ ਕੀ ਹੈ। ਤੇ ਜਿਹੜਾ ਮੰਨ ਲੈਂਦਾ ਹੈ ਉਹਦੀ ਅਜਿਹੀ ਅਵਸਥਾ ਹੋ ਜਾਂਦੀ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਕਾਰਨ ਕਿਉਂਕਿ ਉਹ ਉਸ ਦਾ ਹੀ ਰੂਪ ਹੋ ਗਿਆ, ਉਹ ਸੱਚਿਆਰ ਹੋ ਗਿਆ। ਤੇ ਜਿਹੜਾ ਆਪ ਬੇਅੰਤ ਹੈ ਤੇ ਜਿਹੜਾ ਉਹਦੇ ਨਾਲ ਜੁੜਦਾ ਹੈ, ਉਸ ਨੂੰ ਵੀ ਉਹ ਆਪਣਾ ਹੀ ਰੂਪ ਬਣਾ ਲੈਂਦਾ ਹੈ। ਜਿਵੇਂ ਆਪ ਉਹ ਬੇਅੰਤ ਹੈ, ਉਸੇ ਤਰੀਕੇ ਦੇ ਨਾਲ ਜਿਹੜਾ ਨੂੰ ਮੰਨ ਲੈਂਦਾ ਹੈ ਉਹ ਵੀ ਜਿਹੜਾ ਹੈ ਦੱਸਣ ਤੋਂ ਪਰੇ ਹੋ ਜਾਂਦਾ ਹੈ। ਕਹਿਣ ਤੋਂ ਭਾਵ ਉਸ ਦਾ ਵੀ ਹੁਣ ਅੰਤ ਨਹੀਂ ਪਾਇਆ ਜਾ ਸਕਦਾ। ਕਾਰਨ ਕੀ ਹੈ? ਅਜਿਹਾ ਵੱਡਾ ਗੁਣ ਕਿਉਂ ਆ ਜਾਂਦਾ ਹੈ? ਕਿਉਂਕਿ ਉਹਨਾਂ ਨੇ ਪਾਰ ਬ੍ਰਹਮ ਦੇ ਨਾਲ ਸਿੱਧਾ ਆਪਣਾ ਜਿਹੜਾ ਹੈ ਉਹ ਕਨੈਕਸ਼ਨ ਬਣਾ ਲਿਆ। ਹੁਣ ਉਹ ਵੀ ਉਸ ਦੀ ਹੋਂਦ ਵਿੱਚ ਜਿੰਦੇ ਹਨ, ਉਸ ਦਾ ਰੂਪ ਹੋ ਕੇ ਜਿੰਦੇ ਹਨ। ਤੇ ਕਿਉਂਕਿ ਆਪ ਪਰਮਾਤਮਾ ਜਿਹੜਾ ਹੈ ਉਹ ਬਿਆਨ ਤੋਂ ਪਰੇ ਹੈ, ਉਸ ਦੀ ਸਾਰੇ ਅਸੀਂ ਪੜ੍ਹਦੇ ਹਾਂ ਕਈ ਵਾਰ ਕਿ ਉਹਦਾ ਵੀ ਅੰਤ ਨਹੀਂ ਪਾਇਆ ਜਾ ਸਕਦਾ। ਤੇ ਇਸੇ ਤਰੀਕੇ ਨਾਲ ਜਿਸ ਨੇ ਉਸ ਨੂੰ ਮੰਨ ਲਿਆ, ਉਹਦਾ ਵੀ ਅੰਤ ਜਿਹੜਾ ਹੈ ਉਹ ਨਹੀਂ ਪਾਇਆ ਜਾ ਸਕਦਾ। ਅਗਰ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਹੈ ਤੇ ਫਿਰ ਕੀ ਹੁੰਦਾ? ਫਿਰ ਇਹ ਹੁੰਦਾ ਹੈ ਜੇ ਕੋ ਕਹੈ ਪਿਛੈ ਪਛਤਾਏ। ਜੇ ਕੋਈ ਦੱਸਣ ਦੀ ਕੋਸ਼ਿਸ਼ ਕਰਦਾ ਵੀ ਹੈ ਉਹਨਾਂ ਦੀ ਅਵਸਥਾ, ਉਹਨਾਂ ਦੀ ਆਤਮਕ ਅਵਸਥਾ, ਉਹਨੂੰ ਪਛਤਾਉਣਾ ਪੈਂਦਾ ਹੈ। ਕਿਉਂਕਿ ਇੱਕ ਜਿਹੜਾ ਦੁਨਿਆਵੀ ਜੀਵ ਹੈ ਉਹਨੇ ਦੁਨੀਆ ਦੀ ਤਰ੍ਹਾਂ ਸੋਚਣਾ ਹੈ, ਤੇ ਜਿਹੜਾ ਭਗਤ ਹੈ ਉਹਦੀ ਅਵਸਥਾ ਹੀ ਕੁਝ ਹੋਰ ਹੁੰਦੀ ਹੈ। ਇੱਕ ਦੁਨਿਆਵੀ ਜੀਵ ਨੂੰ ਹੋ ਸਕਦਾ ਹੈ ਹਲਕਾ ਜਿਹਾ ਕੰਡਾ ਲੱਗੇ ਤੇ ਉਹ ਕਹਿ ਦਿੰਦਾ ਹੈ, ਹਾਏ ਓ ਰੱਬਾ, ਮੈਨੂੰ ਹੀ ਕੰਡਾ ਚੁੱਭਣਾ ਸੀਗਾ, ਤੂੰ ਮੈਨੂੰ ਕੰਡਾ ਚੁਭਾ ਦਿੱਤਾ। ਤੇ ਇੱਕ ਜਿਹੜਾ ਭਗਤ ਹੈ ਉਹਦਾ ਭਾਵੇਂ ਬੰਦ ਕਿਉਂ ਨਾ ਕੱਟ ਜਾਏ, ਤੇ ਉਹ ਵੀ ਕਹਿੰਦਾ ਹੈ ਤੇਰੇ ਭਾਣੇ ਸਰਬਤ ਦਾ ਭਲਾ। ਕਹਿਣ ਤੋਂ ਭਾਵ ਇਹ ਆ ਕਿ ਉਹਨੂੰ ਭਾਣਾ ਜਿਹੜਾ ਨਾ ਉਹ ਮਿੱਠਾ ਲੱਗਦਾ।
ਤੇ ਹੁਣ ਜਿਹਨੂੰ ਭਾਣਾ ਮਿੱਠਾ ਲੱਗੇ, ਉਸ ਭਾਣੇ ਵਿੱਚ ਕੁਦਰਤ ਜਿਹੜੀ ਹੈ ਉਹ ਕੁਝ ਵੀ ਵਰਤਾਏ, ਉਸ ਨੂੰ ਉਹ ਸਿਰ ਮੱਥੇ ਕਬੂਲ ਕਰਦਾ ਹੈ, ਖੇੜੇ ਮੱਥੇ ਕਬੂਲ ਕਰਦਾ ਹੈ, ਉਸ ਨੂੰ ਹਮੇਸ਼ਾ ਉਹ ਪ੍ਰਵਾਨ ਕਰ ਲੈਂਦਾ ਹੈ। ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੈ ਲੈ ਮਾਨਿਓ। ਉਹ ਕਿਰਪਾ ਹੁੰਦੀ ਹੈ ਗੁਰੂ ਸਾਹਿਬ ਦੀ ਉਹਦੇ ਉੱਤੇ, ਪਰ ਜਿਹੜਾ ਦੁਨਿਆਵੀ ਮਨੁੱਖ ਹੈ ਉਹ ਕਿਉਂ ਨਹੀਂ ਦੱਸ ਪਾਉਂਦਾ, ਉਹਨੂੰ ਕਿਉਂ ਪਛਤਾਉਣਾ ਪੈਂਦਾ? ਕਿਉਂਕਿ ਉਹਦਾ ਦਾਇਰਾ ਹੈ ਉਹ ਆਪਣੇ ਦਾਇਰੇ ਦੇ ਹਿਸਾਬ ਨਾਲ ਹੀ ਸੋਚਦਾ ਹੈ, ਉਹਦਾ ਦਾਇਰਾ ਸੀਮਤ ਹੈ। ਜਿਹੜਾ ਦੁਨਿਆਵੀ ਜਿਹੜਾ ਮਨੁੱਖ ਹੈ, ਮਨਮੁਖ ਹੈ, ਉਹਦਾ ਦਾਇਰਾ ਸੀਮਿਤ ਹੈ। ਉਹ ਆਪਣੇ ਦਾਇਰੇ ਦੇ ਹਿਸਾਬ ਨਾਲ ਸੋਚਦਾ ਹੈ, ਜੀ ਇਹ ਹੋ ਸਕਦਾ, ਵੱਧ ਤੋਂ ਵੱਧ ਇਹ ਹੋ ਸਕਦਾ, ਵੱਧ ਤੋਂ ਵੱਧ ਇਹ ਹੋ ਸਕਦਾ ਹੈ। ਪਰ ਜਦ ਫਿਰ ਪ੍ਰੈਕਟੀਕਲ ਵੇਖਦਾ ਹੈ, ਜਿਹੜਾ ਮੰਨਦਾ ਹੈ, ਫਿਰ ਉਸ ਨੂੰ ਪਛਤਾਉਣਾ ਹੀ ਪੈਂਦਾ ਹੈ। ਕਿਉਂਕਿ ਜੋ ਉਹਨੇ ਕਿਹਾ ਹੁੰਦਾ ਹੈ, ਜੋ ਉਹਨੇ ਦਾਇਰਾ ਬਣਾਇਆ ਹੁੰਦਾ ਹੈ, ਮੰਨਣ ਵਾਲਾ ਉਸ ਤੋਂ ਕਈ ਗੁਣਾ ਜ਼ਿਆਦਾ ਹੋ ਕੇ ਉਸ ਨੂੰ ਦਿਖਾ ਦਿੰਦਾ ਹੈ, ਉਸ ਤੋਂ ਉੱਪਰ ਉੱਠ ਕੇ ਦਿਖਾ ਦਿੰਦਾ ਹੈ। ਇਸ ਲਈ ਕਿਹਾ ਗਿਆ ਹੈ, ਜੇ ਕੋ ਕਹੈ ਪਿੱਛੇ ਪਛਤਾਏ। ਜੇ ਕੋਈ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਮੰਨਣ ਵਾਲੇ ਦੀ ਅਵਸਥਾ, ਉਹਨੂੰ ਅਖੀਰ ਵਿੱਚ ਪਛਤਾਉਣਾ ਹੀ ਪੈਂਦਾ ਹੈ, ਕਿਉਂਕਿ ਉਹ ਪੂਰਨ ਤੌਰ ਤੇ ਦੱਸ ਨਹੀਂ ਪਾਉਂਦਾ। ਕਈ ਵਾਰ ਵੇਖਿਆ ਗਿਆ ਹੈ ਕਿ ਅਕਸਰ ਜੋ ਦੱਸਣ ਦਾ ਜਿਹੜਾ ਜ਼ਰੀਆ ਹੈ, ਉਹਨੂੰ ਕਿਤੇ ਨਾ ਕਿਤੇ ਲਿਖਤੀ ਰੂਪ ਵਿੱਚ ਦਿੱਤਾ ਜਾਂਦਾ ਹੈ। ਪਰ ਜਿਹੜੀ ਅਜਿਹੀ ਅਵਸਥਾ ਹੈ, ਜਿਹਨੇ ਮੰਨ ਲਿਆ, ਉਹ ਲਿਖਣ ਤੋਂ ਵੀ ਪਰੇ ਹੋ ਜਾਂਦੀ। ਕਹਿਣ ਤੋਂ ਭਾਵ ਹੋ ਸਕਦਾ ਹੈ ਇੱਕ ਕਾਪੀ ਦੇ ਵਰਕੇ ਜਿਹੜੇ ਆ ਉਹ ਪੂਰੇ ਹੋ ਜਾਣ, ਤੁਸੀਂ ਦੂਜੀ ਕਾਪੀ ਲਾਓ, ਤੀਜੀ ਕਾਪੀ ਲਾਓ, ਅਜਿਹੀਆਂ ਹਜ਼ਾਰਾਂ ਲੱਖਾਂ ਕਾਪੀਆਂ ਬਣਾ ਲਵੋ, ਪਰ ਨਹੀਂ ਦੱਸ ਪਾਓਗੇ। ਜਿਸ ਨੇ ਮੰਨ ਲਿਆ, ਉਹਦੀ ਜਿਹੜੀ ਆਤਮਕ ਅਵਸਥਾ ਹੈ, ਉਹਦੇ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਹੜੇ ਰੰਗ ਵਿੱਚ ਜੀ ਰਿਹਾ ਹੈ, ਉਹ ਕਿਹੜੀ ਹੋਂਦ ਦਾ ਆਨੰਦ ਮਾਣ ਰਿਹਾ ਹੈ, ਉਹ ਸਾਸ ਗਰਾਸ ਕੀ ਮਹਿਸੂਸ ਕਰ ਰਿਹਾ ਹੈ। ਇਹ ਸਿਰਫ ਤੇ ਸਿਰਫ ਉਹੀ ਹੋ ਜਾਣਦਾ ਹੈ। ਉਹਨੂੰ ਹਾਂ ਅੰਦਾਜ਼ਨ ਤੌਰ ਤੇ ਕੋਈ ਲਿਖ ਕੇ ਝੂਠਾ ਦਾਅਵਾ ਕਰਦੇ ਕਿ ਹਾਂ ਮੈਂ ਇਸ ਬਾਰੇ ਦੱਸ ਦਿੱਤਾ ਹੈ, ਪਰ ਅੰਤ ਵਿੱਚ ਉਹਨੂੰ ਪਛਤਾਉਣਾ ਪਏਗਾ। ਉਹਦੇ ਜਿੰਨੇ ਵੀ ਦਾਅਵੇ ਆ ਉਹ ਝੂਠੇ ਹੀ ਸਾਬਤ ਹੋਣਗੇ। ਕਾਗਜ਼ ਕਲਮ ਕਹਿ ਲਓ ਕਿ ਪੈਨ ਜਾਂ ਫਿਰ ਪੈਨਸਲ, ਉਸਨੂੰ ਕਲਮ ਵੀ ਕਿਹਾ ਜਾਂਦਾ ਸੀਗਾ। ਪਹਿਲਾਂ ਤੇ ਕਲਮ ਹੀ ਯੂਜ਼ ਹੁੰਦੀ ਸੀਗੀ, ਅੱਜ ਕੱਲ੍ਹ ਜਿਹੜੀ ਆ ਉਹ ਤੇ ਹੁਣ ਕਲਮ ਤੇ ਘੱਟ ਵੱਧ ਕਿਤੇ ਨਜ਼ਰ ਆਉਂਦੀ ਹੈ, ਤੇ ਉਹਦਾ ਜਿਹੜਾ ਉਹਨੂੰ ਜੋ ਰਿਪਲੇਸ ਕਰ ਲਿੱਤਾ ਹੈ ਉਹ ਪੈਨ ਨੇ ਕਰ ਲਿੱਤਾ ਹੈ। ਪਰ ਇੱਥੇ ਅਸੀਂ ਭਾਵ ਅਰਥ ਲੈ ਸਕਦੇ ਹਾਂ ਕਿ ਪੈਨ ਜਾਂ ਪੈਨਸਿਲ, ਭਾਵੇਂ ਕੋਈ ਕਾਗਜ਼ ਤੇ ਕਲਮ ਲੈ ਕੇ ਉਹ ਬਹਿ ਜਾਏ ਤੇ ਕਵੇ ਮੈਂ ਦੱਸਣ ਦਾ ਯਤਨ ਕਰਾਂਗਾ, ਨਾ ਲਿਖਣਾ ਨਹੀਂ ਲਿਖ ਪਾਏਗਾ। ਉਹ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਵੇ, ਕਿਤੇ ਨਾ ਕਿਤੇ ਉਹਨੂੰ ਇਹ ਕਬੂਲ ਕਰਨਾ ਪਏਗਾ। ਕਾਰਨ ਕੀ ਹੈ? ਇੱਕ ਛੋਟੀ ਜੀ ਮੈਨੂੰ ਸਾਖੀ ਯਾਦ ਆ ਰਹੀ ਹੈ। ਭਗਤ ਨਾਮਦੇਵ ਜੀ ਜਿਨ੍ਹਾਂ ਦੇ ਘਰ ਵਿੱਚ ਇੱਕ ਦਿਨ ਅੱਗ ਲੱਗ ਗਈ, ਤੇ ਉਹ ਬਾਜ਼ਾਰ ਵਿੱਚ ਗਏ ਹੋਏ ਹਨ, ਤੇ ਘਰ ਪਿੱਛੇ ਅੱਗ ਲੱਗੀ ਹੋਈ ਹੈ। ਤੇ ਉਹਨਾਂ ਦਾ ਇੱਕ ਪੜੋਸੀ ਜਿਹੜਾ ਹੈ ਉਹ ਭੱਜਿਆ ਆਉਂਦਾ ਭਗਤ ਜੀ ਕੋ, ਭਗਤ ਜੀ ਤੁਹਾਡੇ ਘਰ ਵਿੱਚ ਅੱਗ ਲੱਗ ਗਈ। ਤੇ ਭਗਤ ਜੀ ਦਾ ਰਿਪਲਾਈ ਆਉਂਦਾ ਹੈ, ਅੱਗ ਲੱਗ ਗਈ, ਕਮਾਲ ਹੈ, ਅੱਗ ਲੱਗ ਗਈ। ਉਹ ਕਹਿੰਦੇ, ਹੇ ਮੇਰੇ ਪਰਮਾਤਮਾ, ਹੇ ਮੇਰੇ ਵਾਹਿਗੁਰੂ, ਮੈਂ ਮੰਨਿਆ ਮੈਂ ਅਵਗੁਣ ਦਾ ਭਰਿਆ, ਮੇਰੇ ਵਿੱਚ ਕੋਈ ਗੁਣ ਨਹੀਂ, ਪਰ ਤੂੰ ਤੇ ਬਖਸ਼ਣਹਾਰ ਹੈ ਨਾ। ਤੂੰ ਅੱਗ ਦੇ ਰੂਪ ਵਿੱਚ, ਇੱਥੇ ਧਿਆਨ ਦੇਣ ਵਾਲੀ ਗੱਲ ਹੈ। ਦੇਖੋ ਭਗਤ ਦਾ ਜਿਹੜਾ ਜਵਾਬ ਹੈ ਉਹ ਕੀ ਦੇ ਰਿਹਾ ਹੈ? ਪਰਮਾਤਮਾ ਨੂੰ ਕਹਿ ਰਿਹਾ ਹੈ ਪਿਆਰ ਦੀ ਖੇਡ ਹੈ ਸਾਰੀ। ਇਹ ਰਸ ਭਿੰਨਾ ਜਵਾਬ ਇੱਕ ਭਗਤ ਹੀ ਦੇ ਸਕਦਾ ਹੈ, ਭਗਤ ਨਾਮਦੇਵ ਜੀ ਵਰਗਾ ਹੀ ਦੇ ਸਕਦਾ ਹੈ। ਕਹਿੰਦਾ, ਪਰਮਾਤਮਾ ਵਾਹਿਗੁਰੂ ਸੱਚੇ ਪਿਤਾ, ਤੂੰ ਅੱਗ ਦੇ ਰੂਪ ਵਿੱਚ ਮੇਰੇ ਘਰ ਆਇਆ, ਤੂੰ ਮੇਰੇ ਘਰ ਨੂੰ ਲੈ ਕੇ ਜਾ ਰਹੇ ਹੈ, ਤੇ ਮੈਨੂੰ ਕਿਉਂ ਛੱਡ ਜਾ ਰਿਹਾ? ਮੈਨੂੰ ਵੀ ਆਪਣੇ ਵਿੱਚ ਸਮਾ ਲੈਂਦਾ। ਕਿਉਂ? ਕਿਉਂਕਿ ਉਹਨਾਂ ਦੀ ਐਸੀ ਅਵਸਥਾ ਹੈ, ਉਹਨਾਂ ਨੂੰ ਹਰ ਜਗ੍ਹਾ ਪਰਮਾਤਮਾ ਹੀ ਨਜ਼ਰ ਆਉਂਦਾ ਹੈ। ਇਸ ਕਾਰਨ ਵੇਖੋ, ਘਰ ਨੂੰ ਅੱਗ ਲੱਗ ਗਈ ਹੈ, ਪਰ ਉਹ ਅੱਗ ਨੂੰ ਵੀ ਪਰਮਾਤਮਾ ਦਾ ਰੂਪ ਹੀ ਸਮਝ ਰਹੇ ਹਨ। ਤਾਂ ਹੀ ਕਰਕੇ ਉਸ ਨੂੰ ਉਲਟਾ ਸਵਾਲ ਕਰਦੇ ਪਏ ਹਨ ਕਿ ਬਈ ਪਰਮਾਤਮਾ ਤੂੰ ਮੈਨੂੰ ਕਿਉਂ ਛੱਡ ਗਿਆ? ਮੈਨੂੰ ਵੀ ਇੱਥੇ ਆਪਣੇ ਵਿੱਚ ਸਮਾ ਲੈਂਦਾ, ਮੈਨੂੰ ਕਦਾ ਸਮਾਏਂਗਾ? ਅੱਜ ਮੈਨੂੰ ਛੱਡ ਗਿਆ, ਕੱਲ ਮੈਨੂੰ ਵੀ ਨਾਲ ਲੈ ਜਾਈ। ਤੇ ਇਹ ਜਵਾਬ ਕੌਣ ਦੇ ਸਕਦਾ ਹੈ? ਹੁਣ ਇਸ ਬਾਰੇ ਤੁਸੀਂ ਕੀ ਬਿਆਨ ਕਰੋਗੇ? ਜਿਹੜਾ ਸਵਾਲ ਲੈ ਕੇ ਆਇਆ ਸੀ ਭਗਤ ਜੀ ਦੇ ਸਨਮੁਖ, ਵੀ ਤੁਹਾਡੇ ਘਰ ਅੱਗ ਲੱਗ ਗਈ ਹੈ,
ਉਹ ਦੱਸ ਪਾਏਗਾ? ਉਹਨੇ ਕਦੀ ਇਹ ਸੋਚਿਆ ਹੋਏਗਾ ਕਿ ਇਦਾਂ ਦਾ ਜਵਾਬ ਮਿਲੇਗਾ? ਨਹੀਂ, ਕਦੇ ਨਹੀਂ ਸੋਚਿਆ ਹੋਏਗਾ, ਕਿਉਂਕਿ ਉਹ ਦੁਨਿਆਵੀ ਸੋਚ ਦੇ ਨਾਲ ਆਇਆ ਸੀਗਾ। ਪਰ ਭਗਤ ਜੀ ਜਿਹੜੇ ਆ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਜੀ ਰਹੇ ਸੀ, ਉਹ ਕਿਸੇ ਹੋਰ ਹੀ ਰੰਗ ਨੂੰ ਮਾਣ ਰਹੇ ਸੀ। ਇਸੇ ਕਰਕੇ ਅਜਿਹੀਆਂ ਅਵਸਥਾ ਜਿਹੜੀਆਂ ਹੈ ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹਨਾਂ ਦੇ ਬਾਰੇ ਠੀਕ ਹੈ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਪਰ ਬਿਆਨ ਕਰਨਾ ਨਹੀਂ ਹੋ ਸਕਦਾ। ਅਸੀਂ ਸਿੱਧਾ ਤੌਰ 'ਤੇ ਇਹੀ ਕਹਿ ਸਕਦੇ ਹਾਂ, ਮੰਨੇ ਕਾ ਬਹਿ ਕਰਨ ਵਿਚਾਰ। ਚਾਹੇ ਅਸੀਂ ਜਿੰਨੀ ਮਰਜ਼ੀ ਵਾਰ ਬਹਿ ਕੇ ਵਿਚਾਰਾ ਕਰਕੇ ਕੋਸ਼ਿਸ਼ ਕਰੀਏ, ਜਾਂ ਬੇਅੰਤ ਹੀ ਮਨੁੱਖ ਜਿਹੜੇ ਆ ਉਹ ਬਹਿ ਕੇ ਆਪਸ ਵਿੱਚ ਹੋ ਸਕਦਾ ਹੈ ਝੂਠਾ ਦਾਅਵਾ ਕਰ ਦੇਣ ਕਿ ਹਾਂਜੀ ਅਸੀਂ ਵਿਚਾਰ ਕਰ ਦਿੱਤੀ ਹੈ ਜੀ। ਜੋ ਮੰਨੇ ਦੀ ਅਵਸਥਾ ਹੈ ਉਹ ਵੱਧ ਤੋਂ ਵੱਧ ਉਹਦਾ ਜਿਹੜਾ ਦਾਇਰਾ ਹੈ ਉਹ ਇੱਥੇ ਤੱਕ ਹੋ ਸਕਦਾ ਹੈ, ਪਰ ਨਹੀਂ, ਅਜਿਹਾ ਕੋਈ ਜਿਹੜਾ ਹੈ ਉਹ ਦਾਇਰਾ ਮੰਨਣ ਵਾਲਿਆਂ ਦਾ ਨਹੀਂ ਹੁੰਦਾ। ਉਹਨਾਂ ਦੀ ਜਿਹੜੀ ਗਤੀ ਹੈ, ਉਹਨਾਂ ਦੀ ਜਿਹੜੀ ਅਵਸਥਾ ਹੈ ਉਹ ਅਨਲਿਮਿਟਿਡ ਹੁੰਦੀ ਹੈ। ਕਹਿਣ ਤੋਂ ਭਾਵ ਹੈ ਕਿ ਅਸੀਮਿਤ ਹੁੰਦੀ ਹੈ। ਉਹਨਾਂ ਦੀ ਜਿਹੜੀ ਪ੍ਰੋਗਰੈਸ ਹੈ ਉਸ ਦੇ ਬਾਰੇ ਕਿਸੇ ਵੀ ਤਰੀਕੇ ਦੇ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਕੌਣ ਦੱਸ ਸਕਦਾ ਸੀ ਕਿ ਬੰਦ ਕਟਾਏ ਜਾਣਗੇ, ਖੋਪੜੀਆਂ ਲੋਹਾਈਆਂ ਜਾਣਗੀਆਂ, ਚਰਖੀਆਂ ਤੇ ਚੜੇ ਜਾਣਗੇ, ਆਰਿਆਂ ਨਾਲ ਚਿਰਾਏ ਜਾਣਗੇ, ਪਰ ਫਿਰ ਵੀ ਉਹਨਾਂ ਦਾ ਸਿਦਕ ਨਹੀਂ ਡੋਲੇਗਾ। ਇਸ ਹੋਰ ਉਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਬਈ ਕਿਹੜੀ ਤੁਸੀਂ ਅਵਸਥਾ ਦਾ ਬਿਆਨ ਕਰੋਗੇ? ਕਿਵੇਂ ਅਸੀਂ ਨਹੀਂ ਕਰ ਪਾਵਾਂਗੇ। ਮਨ ਤੇ ਚੰਚਲ, ਇਹਨਾਂ ਨੂੰ ਲੱਗਦਾ ਕਿ ਇਹਨੂੰ ਸਾਰੀ ਗੱਲਾਂ ਪਤਾ ਲੱਗੀਆਂ, ਪਰ ਨਹੀਂ, ਅੰਤ ਵਿੱਚ ਇਹਨੂੰ ਵੀ ਮੰਨਣਾ ਪੈਂਦਾ, ਨਹੀਂ ਮੈਂ ਨਹੀਂ ਦੱਸ ਪਾ ਰਿਹਾ। ਮੰਨੇ ਕਾ ਬਹਿ ਕਰਨ ਵਿਚਾਰ, ਚਾਹੇ ਸਾਰੇ ਬਹਿ ਕੇ ਵੀ ਮਿਲ ਕੇ ਵੀ ਉਸ ਬਾਰੇ ਵਿਚਾਰ ਕਰਨ ਦੀ ਕੋਸ਼ਿਸ਼ ਕਰਨ, ਮੰਨਣ ਵਾਲੇ ਦੀ ਗੱਲ ਨੂੰ ਦੱਸਣ ਦਾ ਯਤਨ ਕਰਨ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਕਬੂਲ ਕਰਨਾ ਪਏਗਾ ਕਿ ਨਹੀਂ, ਉਹ ਨਹੀਂ ਦੱਸ ਪਾ ਰਹੇ। ਐਸਾ ਨਾਮ ਨਿਰੰਜਨ ਹੋਏ। ਅਜਿਹਾ ਨਾਮ ਜਿਹੜਾ ਗੁਰੂ ਸਾਹਿਬ ਦਾ ਬਖਸ਼ਿਆ ਹੋਇਆ ਨਾਮ, ਅਜਿਹਾ ਨਿਰੰਜਨ ਤੋਂ ਭਾਵ ਹੈ ਨਿਰਜਮਾ ਅੰਜਨ, ਜਿਹੜਾ ਮਾਇਆ ਦੀ ਕਾਲਕ ਤੋਂ ਰਹਿਤ ਹੈ, ਮਾਇਆ ਦੀ ਲੇਪ ਛਿਪ ਤੋਂ ਪਰੇ ਹੈ। ਅਸੀਂ ਤੇ ਇਹ ਮੰਨਦੇ ਹਾਂ ਕਿ ਪਰਮਾਤਮਾ ਤੇ ਹਰ ਥਾਂ ਮੌਜੂਦ ਹੈ, ਤੇ ਫਿਰ ਉਹ ਮਾਇਆ ਤੋਂ ਪਰੇ ਕਿਵੇਂ ਹੋ ਗਿਆ? ਨਿਰਜਮਾ ਅੰਜਨ ਤੋਂ ਭਾਵ ਹੁੰਦਾ ਸੂਰਮਾ, ਕਾਲਕ। ਨਿਰ ਅਗਰ ਅੱਗੇ ਲੱਗ ਗਿਆ ਤੇ ਉਹ ਹੋ ਗਿਆ ਕਾਲਕ ਤੋਂ ਰਹਿਤ। ਅਸੀਂ ਕਈ ਵਾਰ ਪੜ੍ਹਦੇ ਹਾਂ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਤੇ ਉੱਥੇ ਜਿਹੜਾ ਅੰਜਨ ਆਇਆ ਹੈ ਉਹਦਾ ਜਿਹੜਾ ਭਾਵ ਹੈ ਸੂਰਮਾ, ਕਿ ਜਿਹੜਾ ਗਿਆਨ ਰੂਪੀ ਅੱਖਾਂ ਨੂੰ ਸੂਰਮਾ ਅਗਰ ਗੁਰੂ ਦੇ ਦਿੰਦਾ ਹੈ ਤੇ ਫਿਰ ਕੀ ਹੁੰਦਾ ਹੈ, ਸਾਡਾ ਜਿਹੜਾ ਅਗਿਆਨਤਾ ਦਾ ਜਿਹੜਾ ਅੰਧੇਰਾ ਹੈ ਨਾ ਉਹ ਦੂਰ ਹੋ ਜਾਂਦਾ ਹੈ। ਤੇ ਇੱਥੇ ਨਿਰਅੰਜਨ ਜਿਹੜਾ ਮਾਇਆ ਤੋਂ ਰਹਿਤ ਹੈ। ਹੁਣ ਪਰਮਾਤਮਾ ਤੇ ਹਰ ਥਾਂ ਵਿਆਪਕ ਹੈ, ਤੇ ਹੁਣ ਅਸੀਂ ਕਹਾਂਗੇ ਕਿ ਬਈ ਮਾਇਆ ਤੇ ਹਰ ਜਗ੍ਹਾ ਹੀ ਹੈ। ਜੇ ਪਰਮਾਤਮਾ ਹੈ ਤੇ ਫਿਰ ਉਹ ਮਾਇਆ ਵਿੱਚ ਕਿਉਂ ਨਹੀਂ ਹੈ? ਤੇ ਇਹਦਾ ਪ੍ਰਮਾਣ ਬਾਣੀ ਹੀ ਸਾਨੂੰ ਦਿੰਦੀ ਹੈ। ਪੂਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੇ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਜਨ, ਘਟ ਹੀ ਖੋਜੋ ਭਾਈ। ਕਹਿੰਦੇ ਜਿਵੇਂ ਪੂਹਬ ਮਦ ਯਾਨੀ ਕਿ ਫੁੱਲਾਂ ਦੇ ਅੰਦਰ ਜਿਉਂ ਬਾਸ ਬਸਤ ਹੈ, ਜਿਵੇਂ ਖੁਸ਼ਬੂ ਵਸਦੀ ਹੈ, ਮੁਕਰ ਮਾਹੇ ਜੈਸੇ ਛਾਈ, ਜਿਵੇਂ ਸ਼ੀਸ਼ੇ ਵਿੱਚ ਸਾਨੂੰ ਆਪਣੀ ਪਰਛਾਈ ਤੇ ਨਜ਼ਰ ਆਉਂਦੀ ਹੈ, ਪਰ ਅਸੀਂ ਸ਼ੀਸ਼ੇ ਵਿੱਚ ਨਹੀਂ ਹਾਂ। ਅਸੀਂ ਨਜ਼ਰ ਤੇ ਆਉਂਦੇ ਹਾਂ ਸਾਹਮਣੇ, ਪਰ ਕਿ ਅਸੀਂ ਸ਼ੀਸ਼ੇ ਵਿੱਚ ਹਾਂ ਨਹੀਂ। ਤੈਸੇ ਹੀ ਹਰ ਬਸੈ ਨਿਰੰਜਨ, ਇਸੇ ਤਰੀਕੇ ਦੇ ਨਾਲ ਪਰਮਾਤਮਾ ਹਰ ਥਾਂ ਹੁੰਦੇ ਹੋਏ ਵੀ ਉਹ ਕਿਤੇ ਵੀ ਨਹੀਂ ਹੈ। ਕਹਿਣ ਤੋਂ ਭਾਵ ਇਹ ਆ ਕਿ ਅਗਰ ਤੁਸੀਂ ਸੂਰਜ ਦੀ ਕਿਰਨਾਂ ਵੇਖੋ, ਮੰਨ ਲਵੋ ਉਹ ਕਿੱਥੇ ਪੈ ਰਹੀਆਂ ਨੇ, ਪਰ ਉਹ ਜਿੱਥੇ ਪੈ ਰਹੀਆਂ ਨੇ ਜਾਂ ਬਲਬ ਦੀ ਰੋਸ਼ਨੀ ਹੈ ਸਾਡੇ ਘਰ ਦੀ, ਉਹ ਹਰ ਥਾਂ ਨਜ਼ਰ ਆ ਰਹੀ ਹੈ, ਪਰ ਕੀ ਉਹ ਹਰ ਥਾਂ ਹੈ? ਨਹੀਂ ਹੈ। ਉਹ ਰੋਸ਼ਨੀ ਪੈ ਰਹੀ ਹੈ ਸਿਰਫ। ਇਸੇ ਤਰੀਕੇ ਨਾਲ ਜੋ ਪਰਮਾਤਮਾ ਹੈ ਉਹ ਹਰ ਥਾਂ ਮੌਜੂਦ ਹੈ, ਉਹਦੀ ਹੋਂਦ ਮੌਜੂਦ ਹੈ, ਪਰ ਫਿਰ ਵੀ ਉਹਦੇ ਵਿੱਚ ਨਹੀਂ ਹੈ, ਉਸ ਤੇ ਉਹ ਵਿਆਪਕ ਨਹੀਂ ਹੈ। ਕਹਿਣ ਤੋਂ ਭਾਵ ਇਹ ਆ ਕਿ ਅਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ, ਪਰ ਅਗਰ ਤੁਸੀਂ ਗੱਲ ਕਰੋਗੇ ਕਿ ਬਈ ਕਿਵੇਂ ਪਰਮਾਤਮਾ ਹਰ ਥਾਂ ਮੌਜੂਦ ਹੈ, ਤੇ ਉਹਦੇ ਲਈ ਫਿਰ ਸਾਨੂੰ ਉਹ ਅੱਖਾਂ ਜਿਹੜੀਆਂ ਨੇ ਨਾ ਉਹ ਸਾਨੂੰ ਬਣਾਉਣੀਆਂ ਪੈਣਗੀਆਂ। ਫਿਰ ਭਗਤ ਨਾਮਦੇਵ ਜੀ ਵਰਗੀ, ਭਗਤ ਧੰਨੇ ਜੀ ਵਰਗੀ, ਭਗਤ ਕਬੀਰ ਜੀ ਵਰਗੀ ਅਵਸਥਾ ਪ੍ਰਾਪਤ ਹੋਏਗੀ। ਫਿਰ ਸਾਨੂੰ ਕੋਈ ਹੋਰ ਹੀ ਅੱਖਾਂ ਜਿਹੜੀਆਂ ਗੁਰੂ ਸਾਹਿਬ ਬਖਸ਼ਦੇ ਆ, ਫਿਰ ਉਹਨਾਂ ਦੀ ਜਿਹੜੀ ਅਵਸਥਾ ਹੈ ਨਾ ਉਹ ਫਿਰ ਕੁਝ ਹੋਰ ਹੀ ਬਿਆਨ ਕਰਦੇ ਆ। ਫਿਰ ਉਹ ਜ਼ਿੰਦਗੀ ਜੀਣ ਦਾ ਜਿਹੜਾ ਨਜ਼ਰੀਆ ਹੈ ਉਹ ਬਦਲ ਹੀ ਜਾਂਦਾ। ਕਿਉਂ? ਕਿਉਂਕਿ ਫਿਰ
ਬੋਲਦਾ ਮਨੁੱਖ, ਸਵੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਫਿਰ ਉਹਨੂੰ ਨਜ਼ਰ ਆਉਂਦਾ ਹੈ, ਪਰ ਅਜੇ ਨਹੀਂ। ਅਜੇ ਕਿਉਂਕਿ ਅਜਿਹੀ ਅਵਸਥਾ ਨਹੀਂ ਹੈ। ਇਸ ਲਈ ਇਹ ਪੌੜੀਆਂ ਨੂੰ ਉਹ ਬਾਬਾ ਚੜ੍ਹਦਾ ਹੈ, ਕੋਸ਼ਿਸ਼ ਕਰਦਾ ਹੈ, ਰੋਜ਼ ਚੜ੍ਹਦਾ ਹੈ ਕਿ ਕਿੱਥੇ ਬਾਬਾ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਕੋਈ ਇੱਕ ਦਿਨ ਆਏ ਕਿ ਸ਼ਾਇਦ ਗੁਰੂ ਸਾਹਿਬ ਕਿਰਪਾ ਕਰਨ, ਬਖਸ਼ਿਸ਼ ਕਰਨ ਕਿ ਇਹ ਜੋ ਮਨ ਚੰਚਲ ਹੈ ਕਿੱਥੇ ਇਸ ਨੂੰ ਵੀ ਸੋਝੀ ਆਏ। ਭੂਲਾ ਮਨ ਸਮਝੇ ਗੁਰ ਸ਼ਬਦੀ। ਇਹਨੂੰ ਸਮਝਾਉਣ ਦਾ ਤਰੀਕਾ ਇੱਕੋ ਇੱਕ ਹੈ, ਇਹਨੂੰ ਸ਼ਬਦ ਦੇ ਨਾਲ ਜੋੜਨਾ ਪਏਗਾ, ਸਮਾਂ ਕੱਢਣਾ ਪਏਗਾ, ਨਾਲ ਬਹਿਣਾ ਪਏਗਾ। ਫਿਰ ਕੀ ਹੋਏਗਾ ਜੀ, ਐਸਾ ਨਾਮ ਨਿਰੰਜਨ ਹੋਏ, ਅਜਿਹਾ ਨਾਮ ਜਿਹੜਾ ਹੈ ਜੋ ਮਾਇਆ ਦੀ ਲੇਵਛੇ ਤੋਂ ਪਰੇ ਹੈ, ਉਹ ਆ ਕੇ ਕੀ ਹੋਏਗਾ ਜੀ, ਮਨ ਵਿੱਚ ਵਸ ਜਾਏਗਾ। ਕਿਹਦੇ ਮਨ ਵਿੱਚ ਵਸੇਗਾ? ਜੇ ਕੋ ਮਨ ਜਾਣੈ, ਜੇ ਕੋਈ ਮੰਨ ਲਵੇਗਾ। ਜੋ ਪਹਿਲੇ ਆਇਆ ਮਨ ਜਾਣੈ, ਇਸ ਤੋਂ ਭਾਵ ਹੈ ਜੇ ਕੋਈ ਮੰਨ ਲਵੇਗਾ। ਮਨ ਕੋਈ, ਮਨ ਕੋਈ ਜੋ ਬਾਅਦ ਚੋਂ ਆਇਆ ਹੈ, ਉਹਦਾ ਭਾਵ ਅਰਥ ਹੈ ਕੋਈ ਮਨੁੱਖ। ਜੇ ਕੋਈ ਮੰਨ ਲਵੇਗਾ, ਜੋ ਅਸੀਂ ਗੱਲਾਂ ਕਰਦੇ ਪਏ ਹਾਂ, ਜੋ ਵਾਹਿਗੁਰੂ ਜੀ ਸਾਨੂੰ ਦੱਸਣਾ ਚਾਹੁੰਦੇ ਆ, ਜੋ ਉਹ ਸਾਨੂੰ ਸੁਣਾਉਣ ਦਾ ਯਤਨ ਕਰਦੇ ਪਏ ਆ, ਜੇ ਉਸਨੂੰ ਕੋਈ ਮੰਨ ਲਏਗਾ, ਜੇ ਕੋ ਮੰਨ ਜਾਣਾ, ਜੇ ਕੋਈ ਇਸ ਨੂੰ ਮੰਨ ਲਵੇਗਾ, ਮਨ ਕੋਈ ਵੀ ਮਨੁੱਖ, ਤੇ ਉਸ ਨੂੰ ਫਿਰ ਕੀ ਹਾਸਲ ਹੋਏਗਾ ਜੀ? ਫਿਰ ਉਸ ਨੂੰ ਵੀ ਕਿਹਾ ਜਾ ਸਕਦਾ ਹੈ ਵੀ ਮੰਨੇ ਕੀ ਗਤ ਕਹੀ ਨਾ ਜਾਏ। ਫਿਰ ਉਹਦੀ ਜਿਹੜੀ ਆਤਮਕ ਅਵਸਥਾ ਹੈ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕੇਗਾ, ਤੇ ਉਹ ਬਿਆਨ ਤੋਂ ਪਰੇ ਹੋ ਜਾਏਗਾ, ਕਿਉਂਕਿ ਉਹ ਵੀ ਸੱਚਿਆਰ ਹੋ ਜਾਏਗਾ। ਹਮੇਸ਼ਾ ਪੜ੍ਹਦੇ ਹਾਂ, ਕਿਵ ਸੱਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਕਿਉਂਕਿ ਉਸ ਨੂੰ ਇਸ ਦੀ ਆਦਤ ਹੋ ਗਈ, ਰੋਜ਼ ਸੁਣ ਕੇ। ਪਰ ਇਹ ਸੌਖਾ ਨਹੀਂ ਹੈ। ਇੱਕ ਅੱਖਾਂ ਦੇਖ ਰਹੀਆਂ ਨੇ, ਉਸ ਨੂੰ ਉਹ ਜਲਦੀ ਕਬੂਲ ਕਰ ਲੈਂਦੀ ਹੈ। ਸਾਹਮਣੇ ਜੋ ਨਜ਼ਰ ਆ ਰਿਹਾ, ਇਹ ਫ੍ਰਿਜ ਹੈ, ਅਲਮਾਰੀ ਹੈ, ਸਾਹਮਣੇ ਜੋ ਚੀਜ਼ਾਂ ਨਜ਼ਰ ਆ ਰਹੀਆਂ ਉਸ ਨੂੰ ਤੇ ਕਬੂਲ ਬੜੀ ਛੇਤੀ ਕਰ ਲੈਂਦਾ, ਕਿਉਂਕਿ ਅੱਖਾਂ ਪ੍ਰਮਾਣਿਤ ਕਰ ਰਹੀਆਂ ਨੇ ਉਸ ਨੂੰ। ਔਰ ਜੋ ਨਜ਼ਰ ਹੀ ਨਹੀਂ ਆ ਰਿਹਾ, ਉਸ ਨੂੰ ਕਹੋ ਕਿ ਮੰਨ ਲਵੇ, ਤੇ ਫਿਰ ਜਿਹੜਾ ਹੈ ਨਾ, ਉਹ ਖੇਡ ਥੋੜੀ ਜੀ ਔਖੀ ਜਾ। ਇਸ ਲਈ ਫਿਰ ਜਿਹੜੀ ਮਸ਼ੱਕਤ ਹੈ, ਜਿਹੜੀ ਮਿਹਨਤ ਹੈ ਨਾ, ਉਹ ਵੀ ਕਰਨੀ ਪਏਗੀ। ਬਿਨਾਂ ਮਸ਼ੱਕਤ ਮਿਹਨਤ ਦੇ ਉਹ ਅਵਸਥਾ ਨਹੀਂ ਮਿਲ ਸਕਦੀ। ਉਹਦੇ ਲਈ ਮਿਹਨਤ ਕਰਨੀ ਹੀ ਪਏਗੀ। ਜਿਹਨੂੰ ਅੱਜ ਤੱਕ ਕਦੀ ਵੇਖਿਆ ਹੀ ਨਹੀਂ, ਉਹਨੂੰ ਕੋਈ ਕਹਿ ਦੇ ਵੀ ਇਹਨੂੰ ਮੰਨ ਲਵੋ, ਕੋਈ ਕਹਿ ਦੇ ਆ ਕੇ ਮੰਨ ਲਵੋ, ਤੇ ਕਿਵੇਂ ਮੰਨੇ ਉਹਦੇ ਬਾਰੇ? ਪਰ ਉਹੀ ਗੱਲ ਹੈ ਨਾ, ਇਹ ਗੁਰੂ ਦੀ ਨਜ਼ਰ ਹੈ। ਜਦ ਬਾਣੀ ਪੜ੍ਹ ਕੇ ਜਦ ਅਜਿਹੇ ਪ੍ਰਮਾਣ ਉਹਨੂੰ ਮਿਲਣਗੇ ਕਿ ਪੂਹਬ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ, ਤੈਸੇ ਹੀ ਹਰ ਬਸੈ ਨਿਰੰਜਨ, ਘਟ ਹੀ ਖੋਜੋ ਭਾਈ, ਬਾਹਰ ਭੀਤਰ ਏਕੋ ਜਾਨੋ, ਇਹ ਗੁਰ ਗਿਆਨ ਬਤਾਈ, ਜਨ ਨਾਨਕ ਬਿਨ ਆਪਾ ਜੀਨੈ, ਮਿਟੇ ਨਾ ਭਰਮ ਕੀ ਕਾਈ। ਫਿਰ ਸ਼ਾਇਦ ਗੁਰੂ ਸਾਹਿਬ ਕਿਰਪਾ ਕਰ ਦੇਣ। ਇਸ ਲਈ ਸਹਿਜ ਪਾਠ ਜਿਹੜਾ ਹੈ ਨਾ, ਉਹਦਾ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਬਣ ਜਾਂਦਾ ਹੈ। ਕਾਰਨ ਕੀ ਹੈ? ਕਿਉਂਕਿ ਜਿੰਨਾ ਜ਼ਿਆਦਾ ਅਸੀਂ ਸੁਣਾਂਗੇ, ਉਨਾ ਹੀ ਇਸ ਮਨ ਨੂੰ ਨਾ ਇਹ ਨਾਮ ਦੀ ਆਦਤ ਪਏਗੀ। ਕਹਿਣ ਤੋਂ ਭਾਵ ਉਹਦੀ ਖੁਰਾਕ ਬਣ ਜਾਏਗੀ। ਭੋਜਨ ਕੀਰਤਨ ਨੀਤ, ਰੋਜ਼ ਦਾ ਜਿਹੜਾ ਭੋਜਨ ਹੈ ਨਾ, ਉਹ ਬਣ ਜਾਏਗਾ ਸ਼ਬਦ। ਤੇ ਜਿਸ ਦਿਨ ਅਸੀਂ 1 ਘੰਟਾ ਲੇਟ ਰੋਟੀ ਖਾਈਏ ਨਾ, ਰੋਜ਼ ਪ੍ਰਸ਼ਾਦਾ ਚੱਕੀਏ, ਤੇ ਅਸੀਂ ਫਿਰ ਫੀਲ ਕਰਦੇ ਹਾਂ ਕਿ ਯਾਰ ਲੇਟ ਹੋ ਗਈ, ਅੱਜ ਕਿੱਥੇ ਜਾਣਾ ਪੈ ਗਿਆ, ਕੋਈ ਕੰਮ ਪੈ ਗਿਆ, ਕਿਸੇ 'ਚ ਫਸੇ ਰਹਿ ਗਏ। ਤੇ ਜਿਹੜਾ ਸਰੀਰ ਹੈ ਨਾ, ਉਹ ਆਪਣੇ ਆਪ ਹੀ ਉਹ ਮੰਗ ਜਿਹੜੀ ਹੈ ਉਹ ਪੈਦਾ ਕਰ ਦਿੰਦਾ ਹੈ। ਇਸੇ ਤਰੀਕੇ ਨਾਲ ਜਦ ਰੋਜ਼ ਅਸੀਂ ਬੈਠਾਂਗੇ, ਨੇਮ ਵਿੱਚ ਬੈਠਾਂਗੇ, ਤੇ ਆਪਣੇ ਆਪ ਜਿਹੜੀ ਮਨ ਦੀ ਖੁਰਾਕ ਹੈ ਨਾ, ਉਹ ਬਦਲ ਜਾਏਗੀ, ਉਹਦੀ ਜਿਹੜੀ ਅਵਸਥਾ ਬਦਲ ਜਾਏਗੀ। ਪਰ ਰੋਜ਼ ਬਹਿਣਾ ਪਏਗਾ, ਉਹਨੂੰ ਆਦਤ ਪਾਣੀ ਪਏਗੀ, ਉਹਨੂੰ ਚੰਗੀ ਚੀਜ਼ ਦੀ ਆਦਤ ਪਾਣੀ ਪਏਗੀ। ਮਿੱਠਾ ਖਾਈਏ, ਮਿੱਠੇ ਦੀ ਆਦਤ ਪੈ ਜਾਂਦੀ ਹੈ, ਤੇ ਜਿਹੜਾ ਵੱਧ ਮਿਰਚਾਂ ਖਾਂਦਾ ਉਹਨੂੰ ਮਿਰਚਾਂ ਦੀ ਆਦਤ ਪੈ ਜਾਂਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਨਾਮ ਜਪਦਾ ਉਹਨੂੰ ਨਾਮ ਜਪਣ ਦੀ ਆਦਤ ਪੈ ਜਾਏਗੀ, ਨਾਮ ਸੁਣਨ ਦੀ ਆਦਤ ਪੈ ਜਾਏਗੀ, ਸੰਗਤ ਕਰਨ ਦੀ ਆਦਤ ਪੈ ਜਾਏਗੀ। ਪਰ ਜਿਹੜਾ ਨਿੰਦਾ ਚੁਗਲੀਆਂ ਰੋਜ਼ ਕਰੇਗਾ, ਕਿਤੇ ਨਾ ਕਿਤੇ ਉਹਨੂੰ ਉਹੀ ਆਦਤ ਬਣੀ ਰਹੇਗੀ। ਇਸ ਲਈ ਸਾਨੂੰ ਵੇਖਣਾ ਹੈ, ਸਾਨੂੰ ਜਿਹੜੇ ਗੁਰੂ ਸਾਹਿਬ ਨੇ ਜਿਹੜੀ ਬਖਸ਼ੀਸ਼ ਕੀਤੀ ਹੈ, ਜਿਹੜੀ ਸਾਨੂੰ ਜੇਬਾ ਦਿੱਤੀ ਹੈ, ਸਾਨੂੰ ਕੰਨ ਦਿੱਤੇ ਆ, ਉਹਦੀ ਅਸੀਂ ਵਰਤੋਂ ਕਰਨੀ ਹੈ ਜਾਂ ਦੁਰਵਰਤੋਂ ਕਰਨੀ ਹੈ, ਇਹ ਹੁਣ ਸਾਡੇ ਉੱਪਰ ਹੈ। ਕਿਉਂਕਿ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ, ਸਾਨੂੰ ਇਸ ਲਾਇਕ ਬਣਾਇਆ। ਵਡਿਆਈ ਉਹਨਾਂ ਦੀ, ਕਿਰਪਾ ਉਹਨਾਂ ਦੀ
ਪਰ ਉਹਨਾਂ ਨੇ ਬਖਸ਼ੀਸ਼ ਕਰਕੇ ਤਰਲਾ ਕਰਕੇ ਸਾਨੂੰ ਇਹ ਅਵਸਥਾ ਦਿੱਤੀ ਬਈ ਹੁਣ ਤੇਰੇ ਉੱਪਰ ਆ, ਤੂੰ ਚਾਹੇ ਤਾਂ ਅਜਿਹੀ ਅਵਸਥਾ ਬਣਾ ਸਕਦਾ ਜਿਹਦਾ ਕੋਈ ਬਿਆਨ ਨਾ ਕੀਤਾ ਜਾ ਸਕੇ। ਕਹਿਣ ਤੋਂ ਭਾਵ ਇੱਕ ਆਤਮਕ ਅਵਸਥਾ ਅਜਿਹੀ ਉੱਚੀ ਹੋ ਜਾਏ ਜਿਹੜੀ ਸਿਰਫ ਤੇ ਸਿਰਫ ਪਰਮਾਤਮਾ ਹਰ ਥਾਂ ਵੇਖੇ, ਉਸ ਨੂੰ ਮਹਿਸੂਸ ਕਰੇ। ਉਹਦਾ ਫਿਰ ਸਿੱਟਾ ਕੀ ਨਿਕਲੇਗਾ, ਨਤੀਜਾ ਕੀ ਨਿਕਲੇਗਾ? ਉਹ ਕਦੇ ਝੂਠ ਨਹੀਂ ਬੋਲ ਸਕਦਾ। ਝੂਠ ਕਿਹਦੇ ਨਾਲ ਬੋਲੇਗਾ? ਹਰ ਥਾਂ ਉਹਨੂੰ ਪਰਮਾਤਮਾ ਨਜ਼ਰ ਆ ਰਿਹਾ, ਉਹ ਕੋਈ ਨਿੰਦਾ ਚੁਗਲੀ ਕਿਉਂ ਕਰੇਗਾ? ਕਿਹਦੀ ਨਿੰਦਾ ਕਰੇਗਾ? ਪਰਮਾਤਮਾ ਦੀ ਨਿੰਦਾ ਕਰੇਗਾ, ਕਿਉਂਕਿ ਉਹਨੂੰ ਹਰ ਥਾਂ ਤੇ ਪਰਮਾਤਮਾ ਨਜ਼ਰ ਆ ਰਿਹਾ। ਤੇ ਇਸੇ ਤਰੀਕੇ ਨਾਲ ਉਹ ਫਿਰ ਦੂਜੇ ਦਾ ਬੁਰਾ ਵੀ ਨਹੀਂ ਚਾਹੁੰਦਾ, ਕਿਉਂਕਿ ਉਹਨੂੰ ਕੋਈ ਦੂਜਾ ਲੱਗਦਾ ਹੀ ਨਹੀਂ। ਉਹਦੇ ਲਈ ਤੇ ਹੁਣ ਸਾਰੇ ਆਪਣੇ ਹੋ ਗਏ ਨਾ। ਇਹ ਤਰੀਕਾ ਜਿਹੜਾ ਹੈ ਇਹ ਬਾਣੀ ਪੜ੍ਹ ਕੇ ਹੀ ਮਿਲ ਸਕਦਾ ਹੈ, ਇਹ ਜਿਹੜੀ ਅਵਸਥਾ ਹੈ। ਇਸ ਲਈ ਹੱਥ ਜੋੜ ਬੇਨਤੀ ਹੈ, ਸਾਰੇ ਹੀ ਅਸੀਂ ਮਿਲ ਕੇ ਗੁਰੂ ਸਾਹਿਬ ਅੱਗੇ ਤਰਲਾ ਪਾਈਏ ਕਿ ਗੁਰੂ ਸਾਹਿਬ ਸਭ ਤੋਂ ਪਹਿਲਾਂ ਤੇ ਸਾਨੂੰ ਸੁਣਨ ਦੀ ਦਾਤ ਦੇਵੋ। ਗੁਰੂ ਸਾਹਿਬ ਜੀ ਜਿਹੜੇ ਸਾਡੇ ਕੰਨ ਆ, ਇਸ ਨੂੰ ਆਪਣਾ ਜਿਹੜਾ ਨਾਮ ਹੈ ਉਹਨੂੰ ਸੁਣਨ ਦੀ ਆਦਤ ਪਾਓ। ਸਾਨੂੰ ਚੌਂਕੜਾ ਮਾਰ ਕੇ ਬਿਠਾ ਲਿਆ ਕਰੋ ਆਪਣੀ ਗੋਦ ਵਿੱਚ, ਤੇ ਕਿਤੇ ਨਾ ਕਿਤੇ ਅਸੀਂ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਉਹ ਰੰਗ ਨੂੰ ਮਾਣ ਸਕੀਏ ਜਿਸ ਰੰਗ ਨੂੰ ਅਸੀਂ ਮਾਣਨ ਇਸ ਦੁਨੀਆ ਤੇ ਆਏ ਹਾਂ। ਤੁਹਾਡੀ ਕਿਰਪਾ ਹੋਈ ਹੈ, ਤੁਮਰੀ ਕਿਰਪਾ ਤੇ ਮਾਨੁਖ ਦੇ ਪਾਈ ਹੈ, ਤੁਹਾਡੀ ਕਿਰਪਾ ਦੇ ਨਾਲ ਪਾਈ ਹੈ। ਹੁਣ ਤੁਸੀਂ ਹੀ ਅੱਗੇ ਕਿਰਪਾ ਕਰਨੀ ਹੈ। ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਓ। ਜੇ ਤੁਹਾਡੀ ਕਿਰਪਾ ਹੋਏ ਤੇ ਸਭ ਕੁਝ ਹੋ ਸਕਦਾ। ਸੱਚਾ ਪਿਤਾ ਆਪਣੀ ਮਿਹਰ ਕਰ, ਆਪਣੀ ਮਿਹਰ ਕਰ, ਆਪਣੀ ਮਿਹਰ ਕਰ। ਸਭ ਨੂੰ ਆਪਣੇ ਨਾਲ ਜੋੜ ਕੇ ਰੱਖ, ਮਾਇਆ ਦੇ ਪ੍ਰਭਾਵ ਤੋਂ ਬਚਾ ਕੇ ਰੱਖ। ਜਿਵੇਂ ਤੁਹਾਡਾ ਨਾਮ ਨਿਰੰਜਨ ਹੈ, ਮਾਇਆ ਦੀ ਲੇਪ ਛੇਪ ਤੋਂ ਪਰੇ ਹੈ, ਇਸ ਵਿੱਚ ਵਿਚਰਦੇ ਹੋਏ ਵੀ ਇਸ ਤੋਂ ਬਾਹਰ ਹੈ, ਉਸੇ ਤਰੀਕੇ ਨਾਲ ਸਾਡੀ ਵੀ ਅਜਿਹੀ ਅਵਸਥਾ ਬਣ ਜਾਏ। ਜਿਹਦੇ ਵੀ ਹਿਰਦੇ ਵਿੱਚ ਨਾਮ ਵਸਦਾ ਹੈ ਉਹਦੀ ਇਹ ਆਤਮਕ ਅਵਸਥਾ ਹੋ ਜਾਂਦੀ ਹੈ ਕਿ ਉਹ ਸਭ ਦੇ ਨਾਲ ਵਿਚਰਦੇ ਹੋਏ ਵੀ ਸਭ ਤੋਂ ਬਾਹਰ ਰਹਿੰਦਾ ਹੈ। ਗੁਰੂ ਸਾਹਿਬ ਕਿਰਪਾ ਕਰਨ ਸਭ ਤੇ। ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਜੀ। ਮਾਫੀ ਚਾਹੁੰਦਾ ਅਗਰ ਕੁਝ ਲੰਮਾ ਸਮਾਂ ਮੈਂ ਆਪ ਜੀ ਦਾ ਲੈ ਗਿਆ ਹੋਵਾਂ। ਆਪ ਜੀ ਨੂੰ ਬੇਨਤੀ ਹੈ, ਜੇ ਕੋਈ ਸਵਾਲ ਆਪ ਜੀ ਦਾ ਹੋਵੇ ਤੇ ਆਪ ਜੀ ਕਮੈਂਟ ਬਾਕਸ 'ਤੇ ਲਿਖ ਸਕਦੇ ਹੋ ਜੀ। ਅਗਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਹੱਥ ਜੋੜ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।